ਸਾਨੂੰ 50-50 ਪਾਉਂਡ ਦਿੰਦਾ। ਮੈਂ ਕਿਹਾ ਫਲਾਣਾ ਕਿਹੜਾ? ਉਸ ਆਖਿਆ ਉਹ ਚੂਹਾ। ਉਹ ਮੈਂ ਚੂਹੇ ਨੂੰ ਪੁੱਛਿਆ, ਮੈਂ ਕਿਹਾ ਤੂੰ ਲੈ ਕੇ ਕਿਉਂ ਜਾਣਾ? ਕਹਿੰਦਾ ਜੀ ਮੈਨੂੰ ਤਾਂ ਫਲਾਣਾ ਪੈਸੇ ਦਿੰਦਾ ਕਿ ਤੂੰ ਇਹ ਮਾਈਆਂ ਲੈ ਕੇ ਜਾਣੀਆਂ ਨੇ। ਉਹ ਇੱਕ ਲੰਮੀ ਚੇਨ ਸੀ ਜਿਹੜੀ ਚੱਲੀ ਸੀ, ਤੇ ਉਹ ਵਿਚਾਰੀਆਂ ਜਿਹੜੀਆਂ ਉਹ ਉਹਨਾਂ ਦੇ ਉੱਥੇ ਮਸਾਜ ਸੈਂਟਰ ਨੇ, ਤੇ ਉਹ ਕੱਪੜੇ ਸੀਂਦੀਆਂ ਨੇ, ਔਰ ਗੰਨੇ ਵਾਲੀਆਂ ਮਸ਼ੀਨਾਂ ਨੇ, ਤੇ ਉਹ ਉਹਨਾਂ ਦੇ ਕਾਰੋਬਾਰ ਨੇ ਉੱਥੇ। ਵਿਚਾਰੀਆਂ ਉਹ ਛੱਡ ਕੇ ਆਉਂਦੀਆਂ ਨੇ, ਤੇ ਉਹ ਮੇਰੇ ਨਾਲ ਤਾਂ ਉਹ ਮੁਹੱਬਤ ਕਰਦੀਆਂ, ਇਸ਼ਕ ਕਰਦੀਆਂ, ਕਿਉਂਕਿ ਮੈਂ ਉਹਨਾਂ ਨਾਲ ਮੁਹੱਬਤ ਕਰਨਾ ਨਾ। ਮੈਂ ਉਹਨਾਂ ਨੂੰ ਦੇਖੋ ਨਾ, ਤੁਸੀਂ ਉਹਨਾਂ ਦਾ ਕਾਰੋਬਾਰ ਦੇਖੋ, ਮਤਲਬ ਤੁਹਾਡੇ ਕੋਲੋਂ ਉਹ ਚਾਹ ਆਨੇ ਕਮਾਦੀਆਂ ਨੇ, ਘੁੱਟਣ ਘਟਾਉਣ। ਦੇਖੋ ਨਾ, ਮੈਂ ਜਦੋਂ ਲੰਡਨ ਜਾਣਾ ਹੈ, ਮੈਂ ਰੁਪਈਆ 200-300 ਪਾਉਂਡ ਉਹਨਾਂ ਨੂੰ ਕੈਸ਼ ਦੇ ਕੇ ਆਉਣੀ ਹੈ ਜੀ, ਠੀਕ ਹੈ ਨਾ, ਔਰ ਨਾਲ ਟਿਪ ਵੀ ਦੇਣੀ ਹੈ, ਠੀਕ ਹੈ ਨਾ ਜੀ। ਕਿਆ ਬਾਤ। ਤੇ ਇਹ ਸਾਡਾ ਉਹਨਾਂ ਦੇ ਨਾਲ, ਤੇ ਦੇਖੋ ਵਿਚਾਰੀਆਂ, ਉਹਨਾਂ ਨੂੰ ਕੀ ਪਤਾ ਪਾਕਿਸਤਾਨ ਕੀ ਹੈ ਕੀ ਨਹੀਂ, ਨਾ ਕਦੀ ਗਈਆਂ ਨਾ ਕਦੀ ਆਈਆਂ। ਤੁਸੀਂ ਲੈ ਜਾਓ ਉਹਨਾਂ ਨੂੰ ਗੱਡੀ 'ਚ ਬਿਠਾ ਕੇ ਰੁਪਈਏ 20 ਦਿਓ, ਤੇ ਤੁਸੀਂ ਜਾ ਕੇ ਕਿਸੇ ਦੇ ਘਰ ਦੇ ਅੱਗੇ ਗਾਲਮ ਗਲੋਚ ਕਰਾ ਲਓ, ਮੈਂ ਲੈ ਜਾ, ਮੈਂ ਕਰਵਾ ਲਾਂ। ਉਹਨਾਂ ਦਾ ਕੀ ਹੈ, ਨਾ ਅੱਗਾ ਨਾ ਪਿੱਛਾ। ਇੰਝ ਹੀ ਹੈ ਬਈ, ਜਿਹੜਾ ਉਸ ਆਖਿਆ ਚੁੱਕ ਕੇ ਪਹਿਲੋਂ ਲੈ ਜਾਏ ਉਹਦੀਆਂ ਹੋ ਜਾਂਦੀਆਂ। ਇੰਨੀ ਕੁ ਸਾਰੀ ਗੱਲ। ਬਿਲਕੁਲ ਠੀਕ, ਇਹਦੇ 'ਚ ਕੋਈ ਸ਼ੱਕ ਨਹੀਂ। ਇਹ ਜਿਹੜੀ ਸਟੋਰੀ ਸੁਣਾਈ ਇਹਦੇ 'ਚ ਵਾਕਈ ਇਹ ਵੇਲੀਆਂ ਔਰਤਾਂ ਸਵੈਸ। ਅੱਛਾ ਸਰ, 2-3 ਛੋਟੇ ਜਿਹੇ ਸਵਾਲ, ਹੋਰ ਕਾਫੀ ਜ਼ਿਆਦਾ ਟਾਈਮ ਜਿਹੜਾ, ਲੇਕਿਨ ਕਿਉਂਕਿ ਸੁਣਨ ਵਾਲੇ ਸਵਾਲ ਕਰ ਰਹੇ ਨੇ ਮੇਰੇ ਕੋਲ ਨਾਲ, ਕਿਉਂਕਿ ਦੱਲੇ ਲਿਖਿਆ ਸੀ ਕਿ ਆਪਣੇ ਸਵਾਲ ਭੇਜੋ। ਜਿਹੜੇ ਮੈਨੂੰ ਸਵਾਲ ਨੇ ਮੈਂ ਨਾਲ ਤੋਂ ਵੀ ਕਰ ਰਿਹਾ ਵਾਂ। ਸਰ, ਚੌਧਰੀ ਪਰਵੇਜ਼ ਅਲੀ ਸਾਹਿਬ ਲਈ ਕੀ ਸਟੋਰੀ ਹੈ? ਚੌਧਰੀ ਪਰਵੇਜ਼ ਅਲੀ ਸਾਹਿਬ, ਚੌਧਰੀ ਸ਼ਜਾਦ ਸਾਹਿਬ ਤੇ ਹਮੇਸ਼ਾ ਤੋਂ ਸਟੈਬਲਿਸ਼ਮੈਂਟ ਦੇ ਓਪਨਰ ਪਲੇਅਰ ਹੁੰਦੇ ਸਨ। ਇਹ ਐਤਕੀ ਚੌਰ ਸਾਹਿਬ ਆਪਣਾ ਘਰ ਵੀ ਛੱਡ ਗਏ, ਆਪਣਾ ਭਰਾ ਵੀ ਛੱਡ ਗਏ, ਆਪਣੀ ਮਤਲਬ ਭੈਣ ਦਾ ਘਰ ਵੀ, ਅੱਗੇ ਬਹੁਤ ਸਾਰੀਆਂ ਚੀਜ਼ਾਂ ਚੌਰ ਸਾਹਿਬ ਕਿਵੇਂ ਇਗਨੋਰ ਕਰ ਗਏ ਸਰ? ਤੁਸੀਂ ਹੁਣ ਪਰਵੇਜ਼ ਅਲੀ ਦੀ ਗੱਲ ਕੀਤੀ, ਤੇ ਮੈਂ ਕਿਹਾ ਮੈਂ ਜ਼ਰਾ ਐਨਕ ਚੇਂਜ ਕਰ ਲਾਂ। ਮੈਂ ਸਮਝ ਗਿਆ ਸਰ, ਮੈਂ ਸਮਝ ਗਿਆ ਸਰ। ਅੱਛਾ, ਪਰਵੇਜ਼ ਅਲੀ ਆਪਣੇ ਆਪ ਨੂੰ ਸਮਝਦਾ ਸੀ ਕਿ ਉਹ ਐਸਟੈਬਲਿਸ਼ਮੈਂਟ ਦਾ ਸਮਝ ਲਓ ਕਿ ਪਾਲਤੂ ਹੈ। ਠੀਕ। ਉਹਨੂੰ ਨਹੀਂ ਕੋਈ ਹੱਥ ਪਾ ਸਕਦਾ, ਉਹਨੂੰ ਨਹੀਂ ਕੋਈ ਛੇੜ ਸਕਦਾ। ਲੇਕਿਨ ਉਹ ਇਹ ਗੱਲ ਭੁੱਲ ਚੁੱਕਿਆ ਸੀ ਕਿ ਐਸਟੈਬਲਿਸ਼ਮੈਂਟ ਜਿਹੜੀ ਹੈ ਉਹ ਗੱਲਾਂ ਨਹੀਂ ਰਹੀਆਂ, ਇਹ ਉਹ ਐਸਟੈਬਲਿਸ਼ਮੈਂਟ ਨਹੀਂ ਜੀ। ਇਹ ਉਹ ਐਸਟੈਬਲਿਸ਼ਮੈਂਟ ਜਿਨ੍ਹਾਂ ਨੇ ਇਹ ਜਿੰਨਾ ਵਿਗਾੜ ਪੈਦਾ ਹੋਏ ਆ 75 ਸਾਲਾਂ ਦੇ ਵਿੱਚ, ਉਹ ਗੰਦ ਸਾਫ਼ ਕਰਨਾ। ਠੀਕ। ਇਹਨੂੰ ਸਮਝਣ ਦੇ ਵਿੱਚ ਗਲਤੀ ਹੋ ਗਈ, ਇਹਦੇ ਮੁੰਡੇ ਨੂੰ ਵੀ ਸਮਝਣ 'ਚ ਗਲਤੀ ਹੋ ਗਈ, ਠੀਕ ਹੈ ਨਾ। ਦੇਖੋ ਨਾ, ਇਹਨਾਂ ਨੂੰ 5-7 ਪਾਸਿਓਂ ਜਦੋਂ ਤੁਹਾਨੂੰ ਇਨਫੋਰਮੇਸ਼ਨ ਤੁਹਾਡੇ ਕੰਨਾਂ ਦੇ ਵਿੱਚ ਪੈ ਰਹੀ ਹੋਵੇ ਕਿ ਚੋ ਸਭ ਕਰ ਲਈ, ਕੋਈ ਨਹੀਂ ਗੱਲ ਹੋ ਗਈ ਹੈ, ਉਹ ਫਲਾਣੇ ਨਾਲ ਗੱਲ ਹੋ ਗਈ, ਫਲਾਣਾ ਰਿਟਾਇਰ ਆ ਰਿਹਾ, ਫਲਾਣਾ, ਬਸ ਰੌਲੇ ਹੀ ਨਹੀਂ। ਚੋ ਸਭ ਤੁਹਾਨੂੰ ਕਿੰਨੇ ਫੜਨਾ ਹੈ, ਤੁਸੀਂ ਤੁਹਾਡਾ ਤੇ ਆਪਣਾ ਸਾਰਾ ਕੁਝ। ਉਹ ਜਦੋਂ ਬੰਦੇ ਦਾ ਅਕਲ ਨਿਕਲ ਜਾਏ, ਔਰ ਉੱਤੋਂ ਇਹ ਪੀਰਨੀ ਦਾ ਮਰੀਦ ਨਿਕਲ ਆਇਆ, ਔਰ ਪੀਰਨੀ ਨੇ ਇਹਨੂੰ ਤੋਹਫਾ ਦੇ ਦਿੱਤਾ ਸਾਰਾ ਅਨਵਰ ਦਾ, ਔਰ ਉੱਥੋਂ ਮਜ਼ੀਦ ਖਰਾਬੀ ਪੈਦਾ ਹੋ ਗਈ। ਔਰ ਇੱਕ ਬੰਦੇ ਦੇ ਅੰਦਰ ਇੱਕ ਚੀਜ਼ ਆ ਜਾਂਦੀ ਹੈ ਨਾ, ਜਦੋਂ ਬੰਦਾ 80 ਸਾਲ ਦਾ ਹੋਏ, ਔਰ ਇੱਕ 20-25 ਸਾਲ ਦੀ ਦੁਸ਼ੀਜ਼ਾ ਜਿਹੜੀ ਉਹ ਤੁਹਾਨੂੰ ਤੋਹਫੇ ਦੇ ਵਿੱਚ ਲੱਭ ਜਾਏ, ਤੇ ਉਸ ਤੋਂ ਬਾਅਦ ਤੁਸੀਂ ਤਾਂ ਉਂਝ ਜਵਾਨ ਹੋ ਜਾਂਦੇ ਹੋ। ਤੁਸੀਂ ਆਉਂਦੇ ਹੋ ਮੈਂ ਤੇ ਸਮੁੰਦਰ ਨਾਲ ਟੱਕਰ ਲੈ ਲਾਂਗਾ, ਮੈਂ ਬਦਲਾਂ ਦੇ ਵਿੱਚੋਂ ਚੀਰ ਕੇ ਉੱਡ ਕੇ ਟੁਰ ਜਾਵਾਂਗਾ ਜਿੱਥੇ ਮੈਂ ਜਾਣਾ ਚਾਹੁੰਦਾ, ਠੀਕ ਹੈ ਨਾ ਜੀ। ਇਹਨੂੰ ਸਮਝ ਨਹੀਂ ਆਈ ਕਿ ਮੈਂ ਕੀ ਪਿਆ ਖੇਡਣਾ, ਔਰ ਅਸੀਂ ਬਾਰ-ਬਾਰ ਇਹਨੂੰ ਦੱਸਦੇ ਰਹਿ ਸਾਂ ਕਿ ਪਰਵੇਜ਼ ਲਈ ਇਹ ਉਹ ਗੱਲਾਂ ਨਹੀਂ ਉਹ ਰਹਿਣੀਆਂ, ਠੁਕਣੀ ਹੈ ਤੇਰੀ, ਤੇ ਬੰਦੇ ਦਾ ਪੁੱਤਰ ਬਣ ਜਾ। ਅਜੇ ਵੀ ਜਾ ਕੇ ਮਾਫੀ ਮੰਗ ਲੈ ਚੌਧਰੀ ਸ਼ੁਜਾਤ ਸਾਹਿਬ ਕੋਲੋਂ, ਔਰ ਜ਼ਰਦਾਰੀ ਸਾਹਿਬ ਕੋਲੋਂ, ਔਰ ਮੀਆਂ ਨਵਾਜ਼ ਸ਼ਰੀਫ ਸਾਹਿਬ ਕੋਲੋਂ। ਲੇਕਿਨ ਕੁਛ ਉਹਦਾ ਆਪਣਾ ਵੀ ਕਸੂਰ ਸੀ, ਔਰ ਕੁਛ ਔਲਾਦ ਜਿਹੜੀ ਉਹ ਗੰਦੀ ਨਿਕਲ ਆਈ, ਔਰ ਇਹ ਸਾਰਾ ਕੁਛ ਮਿਲਾ ਕੇ ਉਹਨੇ ਆਪਣਾ ਘਰ ਵੀ ਤੋੜ ਲਿਆ, ਰਿਸ਼ਤੇਦਾਰੀ ਵੀ ਖਰਾਬ ਕਰ ਲਈ, ਬੇਨਕਾਬ ਵੀ ਹੋ ਗਿਆ, ਜ਼ਲੀਲ ਵੀ ਹੋ ਗਿਆ 80 ਸਾਲ ਦੀ ਉਮਰ ਦੇ ਵਿੱਚ। ਅੱਜ ਬਗੈਰ ਮੰਜੀ ਬਿਸਤਰੇ ਦਾ ਉੱਥੇ ਕਰਦਾ ਜੀ, ਨਾ ਮੰਜੀ ਹੈ ਨਾ ਬਿਸਤਰਾ, ਮੈਂ ਜ਼ਲੀਲ ਹੋ ਗਿਆ, ਫਲਾਂ ਹੋ ਗਿਆ, ਮੈਨੂੰ ਹੁਣ ਕੱਢੋ, ਮੈਂ ਪ੍ਰੈਸ ਕਾਨਫਰੰਸ ਕਰਨੀ। ਔਰ ਇਸ ਵਕਤ ਇਸ ਹਾਲਤ 'ਚ ਆ ਚੁੱਕਿਆ ਕਿ ਲੋਕੀ ਕਹਿੰਦੇ ਨੇ ਨਹੀਂ, ਸਾਨੂੰ ਤੇਰੀ ਪ੍ਰੈਸ ਕਾਨਫਰੰਸ ਨਹੀਂ ਹੋਣੀ ਚਾਹੀਦੀ, ਤੈਨੂੰ ਹੁਣ ਤੂੰ ਕਾਬਲੇ ਕਬੂਲ ਹੀ ਨਹੀਂ, ਹੁਣ ਤੇ ਤੂੰ ਕਰਪਸ਼ਨ ਦੇ ਕੇਸਾਂ 'ਚ ਫਸਿਆ ਨਾ, ਤੇਰਾ ਤੇ 9 ਮਹੀਨੇ ਨਾਲ ਤਲਕ ਵਾਸਤੇ ਕੋਈ ਨਹੀਂ, ਤੂੰ ਤਾਂ ਕਰਪਸ਼ਨ ਦੇ ਕੇਸਾਂ 'ਚ ਫਸਿਆ ਨਾ। ਔਰ ਤੁਸੀਂ ਵੇਖ ਲਓ, ਇਹ ਜ਼ਮਾਨ ਪਾਰਕ ਦੇ ਵਿੱਚ ਜਿਹੜੀ ਇਹ ਜਿਹੜੀ ਪੌਂਦ ਉੱਥੇ ਬੈਠੀ ਸੀ, ਉਹਨਾਂ ਨੂੰ ਖਰਚਾ ਪੱਠਾ ਦੇਣ 'ਚ, ਔਰ ਉਹਨਾਂ ਨੂੰ ਉੱਥੇ ਪਲਾਨ ਖਿਲਾਣ ਦੇ ਵਿੱਚ ਇਹ ਮੁਲਵਸ ਹੈ। ਲੇਕਿਨ ਡਾਇਰੈਕਟਲੀ ਇਹ 9 ਮਈ ਦੇ ਵਾਕਿਆਤ ਦੇ ਵਿੱਚ ਉਹਦੀ ਪਰਵੇਜ਼ ਲਈ ਆ, ਉਹਦੀ ਫੈਮਿਲੀ ਮੁਲਵਸ ਨਹੀਂ, ਇਹ ਅਸੀਂ ਕਹਿ ਸਕਦੇ ਹਾਂ। ਲੇਕਿਨ ਇਹਦਾ ਸਬਬ ਜਿਹੜਾ ਵੱਜਾ ਸੀ 8-9 ਮਹੀਨੇ ਪਹਿਲੇ, ਔਰ ਜ਼ਮਾਨ ਪਾਰਕ ਦੇ ਵਿੱਚ ਪੰਜਾਬ ਹੁਕੂਮਤ ਦਾ ਸਾਰਾ ਪੈਸਾ ਉੱਥੇ ਸੁੱਟਿਆ ਜਾਂਦਾ ਸੀ, ਬੱਕਰੇ, ਮੁਰਗੇ, ਮਾਈਆਂ, ਮੁੰਡੇ, ਹਰ ਸ਼ੈ ਉੱਥੇ ਪੂਰਾ ਇੱਕ ਜ਼ਿੰਦਾ ਪੀਰ ਔਰ ਮੁਰਸ਼ਦ ਚੌਕ ਔਰ ਪਤਾ ਨਹੀਂ ਕੀ ਉੱਥੇ ਬਣਿਆ ਸੀ, ਉਹਦੇ ਵਿੱਚ ਇਹ ਮੁਲਵਸ ਹੈ। ਔਰ ਬਾਕੀ ਜਿਹੜੀ ਇਹਨੇ ਕਰਪਸ਼ਨ ਕੀਤੀ ਹੈ ਅਰਬ ਰੁਪਏ ਦੀ, ਉਹਦੇ ਵਿੱਚ ਇਹ ਕੈਦ ਹੈ। ਇਹ ਸਮਝ ਬੈਠਾ ਕਿ ਪਤਾ ਨਹੀਂ ਇਹ ਮੈਂ ਕਿਸੇ ਦੂਜੇ ਹਿਸਾਬਤਾ ਵਿੱਚ ਆਇਆ, ਨਹੀਂ, ਇਹ ਕਰਪਸ਼ਨ ਦੇ ਵਿੱਚ ਅੰਦਰ ਹੈ। ਔਰ ਮੇਰਾ ਨਹੀਂ ਅੰਦਾਜ਼ਾ ਕਿ ਛੇਤੀ ਦੀ ਜਾਨ ਛੁੱਟੇ, ਅਗਰ ਇਹ ਬਾਹਰ ਆ ਵੀ ਜਾਂਦਾ ਅਗਲੇ 2-4-10 ਦਿਨਾਂ ਦੇ ਵਿੱਚ, ਫਿਰ ਇਹ ਫੜਿਆ ਜਾਏਗਾ।
ਇਹਦੇ ਲੰਮੇ ਖਾਤੇ ਨੇ, ਕਿਉਂਕਿ ਇਹ ਉਹ ਐਸਟੈਬਲਿਸ਼ਮੈਂਟ ਹੈ ਜਿਨੇ ਇਹ ਸਿਆਸਤਦਾਨਾਂ ਦੇ ਨਾਲ, ਸਿਵਿਲੀਅਨਸ ਦੇ ਨਾਲ ਮਿਲ ਕੇ ਹੁਣ ਇਸ ਮੁਲਕ ਨੂੰ ਅੱਗੇ ਲਿਜਾਣ ਦਾ ਵਾਅਦਾ ਕਰ ਲਿਆ ਕਿ ਜਿੰਨੀ ਦੇਰ ਤੱਕ ਅਸੀਂ ਮਿਲ ਕੇ ਦੋਵੇਂ ਤਾਕਤਾਂ, ਸਿਆਸੀ ਔਰ ਫੌਜੀ ਤਾਕਤਾਂ ਮਿਲ ਕੇ ਇਸ ਮੁਲਕ ਨੂੰ ਅੱਗੇ ਨਹੀਂ ਲੈ ਕੇ ਜਾਵਾਂਗੇ, ਜਿਵੇਂ ਪੂਰੀ ਦੁਨੀਆ ਦੇ ਵਿੱਚ ਹੁੰਦਾ ਯਾਰ। ਹਿੰਦੁਸਤਾਨ ਨੂੰ ਵੇਖ ਲਓ, ਹੋਰ ਤਾਕਤਾਂ ਨੂੰ ਵੇਖ ਲਓ ਕਿ ਸਾਰੇ ਇਕੱਠੇ ਹੋ ਕੇ ਆਪਣੇ ਮੁਲਕ ਦਾ ਮਫਾਦ ਲੈ ਕੇ ਅੱਗੇ ਚੱਲਦੇ ਨੇ। ਇਹ ਹੁਣ ਜਿਹੜੇ ਐਸਟੈਬਲਿਸ਼ਮੈਂਟ ਹੈ, ਇਹਨਾਂ ਦੇ ਵਿੱਚੋਂ ਤੇ ਕੋਈ ਇੱਕ ਦਾਣਾ ਵੀ ਐਸਾ ਨਹੀਂ ਜਿਹੜਾ ਉਹ ਪੁਰਾਣੀਆਂ ਵਾਲਾ ਹੋਏ। ਇਹ ਸਾਰੇ ਅੱਗੇ ਵੇ ਫਾਰਵਰਡ ਵਾਲੇ ਨੇ, ਪਾਕਿਸਤਾਨ ਦੀ ਤਰੱਕੀ ਵਾਲੇ ਨੇ, ਤੇ ਮੈਂ ਇਹਨਾਂ ਨੂੰ ਸਲਾਮ ਪੇਸ਼ ਕਰਨਾ। ਤੇ ਇੱਥੇ ਮੈਂ ਇਹੀ ਕਹਾਂਗਾ, ਪਰਵੇਜ਼ ਲਾਈ ਸਾਹਿਬ, ਜਦੋਂ ਔਲਾਦ ਗੰਦੀ ਨਿਕਲ ਆਏ ਤੇ ਫਿਰ ਗੰਦੇ ਕੰਮ ਤੇ ਭੁਗਤਣੇ ਪੈਂਦੇ ਨੇ। ਜੀ ਚੌਰ ਸਾਹਿਬ, ਗੰਦੇ ਕੰਮ ਭੁਗਤਣੇ ਪੈਂਦੇ ਨੇ, ਬਿਲਕੁਲ ਠੀਕ ਹੈ ਚੌਰ ਸਾਹਿਬ। ਵੈਸੇ ਬਿਠਾ ਜੀ ਇਹ ਤੇ ਦੱਸੋ ਤੁਸੀਂ ਕਿ ਇਹਦੇ ਵਿੱਚ ਇੱਕ ਚੀਜ਼ ਹੋਰ ਵੀ ਸ਼ਾਮਲ ਮਿਸ ਕਰ ਗਏ ਹੋ, ਔਲਾਦ ਚੰਗੀ ਹੋਵੇ ਤੇ ਸੁੱਖ ਦਿੰਦੀ ਹੈ, ਪਰ ਉਹ ਔਲਾਦ ਮਾੜੀ ਹੋਵੇ ਤੇ ਪਾਕਿਸਤਾਨ ਦੇ ਵਿੱਚ ਆਪਾਂ ਪਿੰਡਾਂ ਦੇ ਲੋਕ ਹਾਂ, ਮਾਂ ਪਿਓ ਜੇਲ੍ਹਾਂ 'ਚ ਰੁਲਦੇ ਵੇਖੇ ਨੇ, ਥਾਣਿਆਂ 'ਚ ਜ਼ਲੀਲ ਹੁੰਦੇ ਵੇਖੇ ਨੇ। ਚੋਰੀ ਮੁਨਸ ਲਈ ਦਾ ਹਿਸਾਬ ਵੀ ਕੋਈ ਥੋੜਾ ਬਹੁਤ ਇਹੋ ਜਿਹਾ ਨਹੀਂ ਕਿ ਮਤਲਬ ਚੌਰ ਸਾਹਿਬ ਦੀ ਇਸ ਜ਼ਲਾਲਤ ਦੇ ਵਿੱਚ ਮੁਨਸ ਦਾ ਵੀ ਬਥੇਰਾ ਸਾਰਾ ਹੱਥ ਹੈ ਜੀ? ਜੀ ਬਿਲਕੁਲ ਸਰ, ਮੁਨਸ ਲਾਈ ਸਾਹਿਬ ਜਿਹੜੇ ਨੇ, ਇੱਕ ਤੇ ਉਹ ਬਹੁਤ ਵੱਡਾ ਜਰਾਇਮ ਪੇਸ਼ਾ ਆਦਮੀ ਜੀ, ਉਹਦੇ ਬਹੁਤ ਜ਼ਿਆਦਾ ਸਕੈਂਡਲ ਨੇ ਲੋਕਾਂ ਕੋਲ, ਸਾਡੇ ਕੋਲ ਵੀ, ਪਾਕਿਸਤਾਨ ਦੇ ਅਦਾਰਿਆਂ ਕੋਲ ਵੀ। ਇੱਕ ਤੇ ਕਰਪਸ਼ਨ ਦੇ ਸਕੈਂਡਲ ਨੇ ਨਾ, ਔਰ ਇੱਕ ਦੂਸਰੀ ਸਾਈਡ ਦੇ ਸਕੈਂਡਲ ਨੇ ਜਿਹਦੇ ਵਿੱਚ ਗਾਂ ਕਪੜਾ ਖਾਂਦੀ ਹੈ, ਠੀਕ ਹੈ ਨਾ। ਤੇ ਇਸ ਵਾਸਤੇ ਉਹਦੇ ਬਹੁਤ ਲੰਮੇ ਸਕੈਂਡਲ ਨੇ। ਔਰ ਇੱਕ ਅਯਾਸ਼ ਔਰ ਇੱਕ ਵਿਗੜਿਆ ਬੱਚਾ ਸੀ, ਅਯਾਸ਼ ਔਰ ਵਿਗੜਿਆ, ਔਰ ਉਹ ਸਮਝ ਬੈਠਾ ਸੀ ਕਿ ਮੈਂ ਬੜਾ ਕੁਛ ਹਾਂ ਔਰ ਇਹ ਤੇ ਉਹ। ਔਰ ਉਸ ਤੋਂ ਬਾਅਦ ਤਰੀਕੇ ਇਨਸਾਫ ਦੇ ਵਿੱਚ ਜਾਣਾ ਔਰ ਮਾਈਆਂ ਦੀ ਫਾਲੋਇੰਗ ਔਰ ਟਵਿੱਟਰ ਅਕਾਊਂਟ ਔਰ ਇਹ ਉਹ ਮੁਨਸ ਲਾਈ ਤੇ ਫਲਾਣਾ, ਇੱਕ ਜਿਹੜੀ ਸ਼ੋਬਿਜ਼ ਦੀ ਲਾਈਫ ਔਰ ਉਸ ਹਿਸਾਬ ਨਾਲ ਪੂਰਾ ਸਟਾਈਲ, ਔਰ ਅੱਗੋਂ ਪੀਰਨੀ ਔਰ ਸਾਰਾ ਅਨਵਰ ਔਰ ਤੋਹਫਾ ਔਰ ਮਾਈਆਂ, ਇਹ ਲੰਮੇ ਰਫੜ ਨੇ। ਲੇਕਿਨ ਮੁਨਸ ਲਾਈ, ਮੇਰਾ ਨਹੀਂ ਅੰਦਾਜ਼ਾ ਕਿ ਮੁਨਸ ਲਾਈ ਔਰ ਪਾਕਿਸਤਾਨ ਦੇ ਵਿੱਚ ਵੀ ਕਾਬਲੇ ਕਬੂਲ ਹੈ, ਕਿਉਂਕਿ ਜਿਸ ਹੱਦ ਤੱਕ ਉਹ ਚਲਾ ਗਿਆ ਹੈ, ਜਿਸ ਹੱਦ ਤੱਕ ਉਹ ਮੁਲਕ ਦੁਸ਼ਮਣੀ ਦੇ ਵਿੱਚ ਚਲਾ ਜਾ ਚੁੱਕਿਆ ਹੈ। ਹੁਣ ਤੇ ਖੈਰ ਅੱਜ ਕੱਲ੍ਹ ਤੇ ਥੋੜਾ ਖਾਮੋਸ਼ ਹੈ, ਮੈਨੂੰ ਲੱਗਦਾ ਹੈ ਕਿ ਉਹਦੀ ਕਿਧਰੇ ਲਾਲ ਹੋ ਗਈ ਹੈ, ਲੇਕਿਨ ਜਿਸ ਹੱਦ ਤੱਕ ਉਹ ਚਲਾ ਗਿਆ ਸੀ, ਹੁਣ ਉਹਦਾ ਉੱਥੋਂ ਪਰਤਣਾ ਹੋ ਸਕਦਾ, ਉਹ ਪਰਤਣਾ ਚਾਹੇ, ਲੇਕਿਨ ਰਿਆਸਤ ਉਹਨੂੰ ਕਬੂਲ ਨਾ ਕਰੇ। ਸਾਡੇ ਵਰਗਿਆਂ ਨੇ ਕਬੂਲ ਨਹੀਂ ਕਰਨ ਦੇਣਾ ਕਿ ਸਰ ਜੀ ਇਹ ਨਹੀਂ ਹੋ ਸਕਦਾ, ਇਹ ਨਹੀਂ ਹੋ ਸਕਦਾ, ਠੀਕ ਹੈ ਨਾ ਜੀ। ਇਸ ਵਾਸਤੇ ਉਹ ਪੂਰੀ ਦੁਨੀਆ ਨੂੰ ਪਤਾ ਹੈ ਕਿ ਉਹ ਇੱਕ 2 ਨੰਬਰ ਆਦਮੀ ਹੈ, ਇੱਕ ਕਰਪਟ ਆਦਮੀ ਹੈ। ਉਹਨੇ ਬਹੁਤ ਬੇਤਹਾਸ਼ਾ ਕਰਪਸ਼ਨ ਕੀਤੀ ਹੈ, ਔਰ ਉਹਦੇ ਬੇਤਹਾਸ਼ਾ ਕਰਪਸ਼ਨ ਦੇ ਸਕੈਂਡਲ ਨੇ, ਔਰ ਬੇਤਹਾਸ਼ਾ ਅਖਲਾਕੀ ਔਰ ਗੈਰ ਅਖਲਾਕੀ ਸਕੈਂਡਲ ਨੇ। ਇਹਨਾਂ ਦੇ ਕਿਤਾਬਾਂ ਵੀ ਲਿਖੀਆਂ ਜਾਣਦੀਆਂ, ਔਰ ਮੇਰੇ ਖਿਆਲ ਨਾਲ ਕਿਧਰੇ ਨਾ ਕਿਧਰੇ ਲੋਕ ਕਿਤਾਬਾਂ ਲਿਖ ਵੀ ਰਹੇ ਨੇ। ਔਰ ਜਿਹੜੀਆਂ ਉਹਦੀਆਂ ਆਦਾਤ ਨੇ, ਉਹਨਾਂ ਆਦਾਤ ਦੇ ਬਾਰੇ ਸਾਰੇ ਸਿਆਸਤਦਾਨਾਂ ਨੂੰ ਪਤਾ ਹੈ, ਵੱਡਿਆਂ ਵੱਡਿਆਂ ਨੂੰ, ਕਿ ਗਾਂ ਜਿਹੜੀ ਉਹ ਕਪੜਾ ਖਾਂਦੀ ਹੈ। ਜੀ ਸਰ, ਬਿਲੀਵ ਕਰੋ ਕਿ ਮੇਰਾ ਦਿਲ ਤੇ ਨਹੀਂ ਕਰਦਾ ਪਿਆ ਅਸੀਂ ਅੱਲਾ ਹਾਫਿਜ਼ ਕਰੀਏ, ਲੇਕਿਨ ਕਿਉਂਕਿ ਇੱਥੇ ਬਹੁਤ ਸਾਰੇ ਲੋਕ ਲਿਖਦੇ ਪਏ ਨੇ ਕਿ ਮਿੱਠਾ ਜੀ ਨੂੰ ਬਾਰ-ਬਾਰ ਪ੍ਰੋਗਰਾਮ ਵਿੱਚ ਬੁਲਾਇਆ ਕਰੋ। ਮਿੱਠਾ ਜੀ ਨੇ ਟਾਈਮ ਦੀ ਪਾਰੋਂ ਕੁਝ ਉਹਨਾਂ ਦੀ ਮਸਰੂਫੀਆਤ ਮੈਨੂੰ ਦੱਸਿਆ ਹੈ, ਮੈਂ ਜ਼ਰਾ ਦੱਸਦੇ ਸੁਣਨ ਨੂੰ ਕਿ ਆਪਣੀ ਮਸਰੂਫੀਆਤ ਦੀ ਪਾਰੋਂ ਆਪ ਲਾਈਵ ਹੀ ਨਹੀਂ ਕਰਦੇ, ਲੇਕਿਨ ਅਸੀਂ ਫਿਰ ਵੀ ਕਿਧਰੇ ਤਰਲਾ ਮਿੰਤ ਕਰਾਂਗੇ। ਸਰ ਆਖਰੀ 2 ਸਵਾਲ ਨੇ, ਉਸ ਤੋਂ ਬਾਅਦ ਇਹ ਪਾਰਟ 1 ਨੇ, 2 ਹਫ਼ਤੇ ਠਹਿਰ ਕੇ ਤੁਹਾਡੇ ਕੋਲ ਪਾਰਟ 2 ਵਾਸਤੇ। ਜੀ ਮੈਂ ਵੀ ਹੁਣ ਬਿਲਕੁਲ ਪਸੀਨੀ ਹੋ ਚੁੱਕਿਆ, ਕੋਈ ਬਸ 2 ਆਖਰੀ 2 ਸਵਾਲ, ਉਸ ਤੋਂ ਬਾਅਦ ਇਹ ਪਾਰਟ 1 ਇਹਦਾ ਪਾਰਟ 2 ਫਿਰ 2 ਹਫ਼ਤੇ ਬਾਅਦ ਤਰਲਾ ਕਰਾਂਗੇ, ਟਾਈਮ ਲਵਾਂਗੇ। ਬਿਲਕੁਲ ਸਰ, ਤੁਸੀਂ ਆਪਣੇ ਜਿਹੜੇ ਮਿੱਠੇ ਨੇ ਉਹਨਾਂ ਕੋਲ ਸਵਾਲਾਤ ਲੈ ਕੇ ਪਾਰਟ 2 ਲਾਜ਼ਮੀ ਬਣਾਇਆ ਜੇ। ਮੈਂ ਜਨਾਬ ਹਾਜ਼ਰ ਹਾਂ ਤੁਹਾਡੇ। ਸਰ ਲਵ ਯੂ ਹੋ ਗਿਆ। ਸਰ ਇਹ ਦੱਸੋ ਕਿ ਜਿਹੜੇ ਜੱਜ ਨੇ ਇਮਰਾਨ ਖਾਨ ਤੇ ਉਹਦੇ ਇੰਤਸ਼ਾਰੀਆਂ ਨੂੰ ਸਜ਼ਾ ਤੋਂ ਬਚਾ ਲੈਣਗੇ, ਕਿਉਂਕਿ ਕੋਸ਼ਿਸ਼ ਤੇ ਪੂਰੀ ਕਰ ਰਹੇ ਨੇ ਕਿ ਕਿਸੇ ਵੀ ਤਰ੍ਹਾਂ ਮਿਲਟਰੀ ਅਦਾਲਤਾਂ ਜਿਹੜੀਆਂ ਨੇ ਉਹਨਾਂ ਨੂੰ ਮਤਲਬ ਕਿ ਕਾਨੂੰਨ ਬਣਾ ਦੇਣ ਕਿ ਉਹਦੇ ਚ ਮੁਕੱਦਮੇ ਨਹੀਂ ਚੱਲਣਗੇ, ਕਾਮਯਾਬ ਹੋਣਗੇ ਜੱਜ ਜੀ? ਔਰ ਜੱਜਾਂ ਦੇ ਪ੍ਰੈਸ਼ਰ ਕੀ ਹੈ ਇਹਨਾਂ ਰਿਆਸਤ ਦੇ ਖਿਲਾਫ ਜਾਣ ਦੇ? ਸਰ ਦੇਖੋ ਸੰਦੇਲਾ ਸਾਹਿਬ, ਇਹ ਲੰਮੀ ਦਾਸਤਾਨ ਹੈ। ਜਿਸ ਤਰ੍ਹਾਂ ਪੀਰਨੀ ਔਰ ਨਿਆਜ਼ੀ ਔਰ ਤਰੀਕੇ ਇਨਸਾਫ ਇੱਕ ਲੰਮੀ ਦਾਸਤਾਨ ਔਰ ਇੱਕ ਨਜਾਇਜ਼ ਵਿਹੜਾ ਹੈ, ਇਸੇ ਤਰ੍ਹਾਂ ਵੀ ਇਹ ਜਿਹੜੀ ਬੰਦਿਆਲ ਦੀ ਸੁਪਰੀਮ ਕੋਰਟ ਹੈ, ਇਹ ਵੀ ਇੱਕ ਨਜਾਇਜ਼ ਵਿਹੜਾ ਬਣ ਚੁੱਕਿਆ ਹੈ ਪਿਛਲੇ ਕਈ ਸਾਲਾਂ ਤੋਂ। ਔਰ ਅੱਜ ਅਗਰ ਪਾਕਿਸਤਾਨ ਦੀ ਤਬਾਹੀ ਔਰ ਬਰਬਾਦੀ ਹੈ, ਜਿਹਨੂੰ ਕਿ ਕੰਟਰੋਲ ਕਰ ਲਿਆ ਇਸ ਹਕੂਮਤ ਨੇ ਔਰ ਐਸਟੈਬਲਿਸ਼ਮੈਂਟ ਨੇ, ਇਹ ਜਿਸ ਹਾਲਤ ਤੱਕ ਅਸੀਂ ਪਹੁੰਚੇ ਹਾਂ, ਇਹਦੇ ਵਿੱਚ ਬੰਦਿਆਲ ਔਰ ਉਹਦੇ ਨਾਲ 3-4 ਜਿਹੜੇ ਲੋਕ ਨੇ ਉਹ ਵੀ ਮੁਲਵਸ ਨੇ। ਜਿਸ ਤਰ੍ਹਾਂ ਪਾਕਿਸਤਾਨ ਨੂੰ ਤਬਾਹ ਕਰਨ ਦੇ ਵਿੱਚ ਪੀਰਨੀ, ਨਿਆਜ਼ੀ ਔਰ ਗੋਗੀ ਔਰ ਇਸ ਤਰ੍ਹਾਂ ਦੇ ਕਿਰਦਾਰ ਮੁਲਵਸ ਨੇ। ਤੇ ਇਹਨਾਂ ਨੇ ਪੂਰੀ ਕੋਸ਼ਿਸ਼ ਕੀਤੀ ਹੈ ਪਿਛਲੇ 6-8 ਮਹੀਨੇ ਤੋਂ
ਅਬੂਰੀ ਜ਼ਮਾਨਤਾਂ ਕਦੀ 2 ਹਫ਼ਤੇ ਤੋਂ ਪਹਿਲੇ ਨਾ ਕਾਨੂੰਨ ਵਿੱਚ ਕਿਧਰੇ ਲਿਖਿਆ ਤੇ ਨਾ ਹੀ ਮਿਲ ਸਕਦੀ ਹੈ ਕਿਸੇ ਨੂੰ। ਹਰ ਕੇਸ ਵਿੱਚ ਹਰ ਰੋਜ਼ ਅਬੂਰੀ ਜ਼ਮਾਨਤ, ਰਾਹਦਾਰੀ ਜ਼ਮਾਨਤ, ਫਲਾਣੀ ਜ਼ਮਾਨਤ, ਲੋਹੇ ਲੈਲਣ ਤੋਂ ਜ਼ਮਾਨਤ, ਚੁਮੀਆਂ ਤੋਂ ਜ਼ਮਾਨਤ, ਪੁਰਾਣੇ ਲਿਤਰਾਂ ਤੋਂ ਜ਼ਮਾਨਤ, ਧਨੀਏ ਦੇ ਪੈਕਟ ਤੋਂ ਜ਼ਮਾਨਤ। ਇਹ ਜ਼ਮਾਨਤਾਂ ਤੇ ਇੰਜ ਹੀ ਸੀ ਬਈ ਇਹ ਇੰਜ ਮਿਲਦੀਆਂ ਨੇ, ਇਹਦੀ ਛੇਤੀ ਤੇ ਬੰਦਾ ਸ਼ਲਵਾਰ ਚ ਨਾਲਾ ਨਹੀਂ ਪਾਉਂਦਾ ਜਿੰਨੀ ਛੇਤੀ ਜ਼ਮਾਨਤਾਂ ਮਿਲਦੀਆਂ ਨੇ। ਬੇਸ਼ੱਕ ਇੰਨੀ ਛੇਤੀ ਤੇ ਸਰਕਾਰ ਆਂਡਾ ਨਹੀਂ ਜਿਹੜਾ ਉਹ ਉਬਲਦਾ ਜਾਂ ਆਂਡਾ ਫਰਾਈ ਨਹੀਂ ਹੁੰਦਾ ਜਿੰਨੀ ਛੇਤੀ ਇਹ ਅਦਾਲਤਾਂ ਇਹ ਜ਼ਮਾਨਤਾਂ ਦਿੰਦੀਆਂ ਨੇ, ਉਹ ਵੀ ਅਬੂਰੀ। ਕਾਨੂੰਨ ਦੇ ਵਿੱਚ ਤੇ ਇੱਕ ਵਾਰੀ ਅਬੂਰੀ ਜ਼ਮਾਨਤ ਮਿਲ ਸਕਦੀ ਹੈ, ਹਫ਼ਤੇ ਦੀ ਜਾਂ 10 ਦਿਨ ਦੀ ਜਾਂ 2 ਹਫ਼ਤੇ ਦੀ, ਉਸ ਤੋਂ ਬਾਅਦ ਕੋਈ ਕਾਨੂੰਨ ਹੀ ਨਹੀਂ ਹੈ, ਆਇਨ ਦੇ ਵਿੱਚ ਲਿਖਿਆ ਹੀ ਨਹੀਂ। ਇਹ 6-6 8-8 ਮਹੀਨੇ ਦੀਆਂ ਇਹ ਜਿਹੜੀਆਂ ਜ਼ਮਾਨਤਾਂ ਨੇ, ਇਹਦੇ ਪਿੱਛੇ ਸਾਰਾ ਉਹ ਹਿਸਾਬ ਕਿਤਾਬ ਹੈ ਜਿਹਨੂੰ ਤੁਸੀਂ 9 ਮਈ ਕਹਿੰਦੇ ਹੋ ਮੇਰਾ ਮਿੱਠਾ।